ਵੌਇਸ ਆਫ ਇੰਡੀਆ ਦੇ ਪ੍ਰੋਗਰਾਮ ਪ੍ਰੋਫੈਸ਼ਨਲ ਐਡਵਾਈਸ ਵਿੱਚ ਮੈਂ ਤੁਹਾਡਾ ਹੋਸਟ ਐਮਪੀ ਸਿੰਘ ਹਾਜ਼ਰ ਹਾਂ। ਇੱਕ ਵੱਖਰਾ ਜਿਹਾ ਨਿਵੇਕਲਾ ਅਤੇ ਬਹੁਤ ਜ਼ਰੂਰੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਨੇ ਰਮਨ ਸੂਦ ਜੀ। ਰਮਨ ਜੀ ਆਇਆਂ ਨੂੰ। ਰਮਨ ਜੀ, ਇੱਕ ਰੀਸੈਂਟਲੀ ਕੈਨੇਡੀਅਨ ਗਵਰਨਮੈਂਟ ਨੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਦੇ ਵੀਜ਼ੇ ਦੇ ਲਈ ਐਪਲੀਕੇਸ਼ਨ ਓਪਨ ਕਰਨ ਦੀ ਅਨਾਉਂਸਮੈਂਟ ਕੀਤੀ ਹੈ ਜੀ। ਪਿਛਲੇ ਕੁਝ ਟਾਈਮ ਤੋਂ ਇਹ ਸ਼ਾਇਦ ਬੰਦ ਹੋ ਗਈਆਂ ਸੀ ਜਾਂ ਕੁਝ ਪ੍ਰੋਗਰਾਮ ਦੇ ਵਿੱਚ ਪ੍ਰੋਬਲਮ ਵੀ ਆਉਂਦੀਆਂ ਸੀ, ਲੋਕਾਂ ਨੂੰ ਟਾਈਮ ਘੱਟ ਮਿਲਦਾ ਸੀ ਐਪਲੀਕੇਸ਼ਨ ਦੇਣ ਦਾ। ਹੁਣ ਕੁਝ ਥੋੜ੍ਹਾ ਜਿਹਾ ਨਵੇਂ ਢੰਗ ਨਾਲ ਇਸ ਪ੍ਰੋਗਰਾਮ ਨੂੰ ਇੰਟਰੋਡਿਊਸ ਕੀਤਾ ਜਾ ਰਿਹਾ। ਅਸੀਂ ਚਾਹਾਂਗੇ ਸਾਡੇ ਰੇਡੀਓ ਦੇ ਸਰੋਤੇ ਤੇ ਸਾਡੇ YouTube ਤੇ ਫੇਸਬੁੱਕ ਤੇ ਵੇਖਣ ਵਾਲੇ ਸਾਡੇ ਦਰਸ਼ਕ ਇਸ ਗੱਲ ਦਾ ਲਾਹਾ ਲੈਣ। ਤੁਸੀਂ ਅੱਜ ਆਏ ਤੇ ਇਹ ਕੀ ਪ੍ਰੋਗਰਾਮ ਅਨਾਉਂਸਮੈਂਟ ਹੋਈ ਹੈ ਜੀ, ਜਰਾ ਵਿਸਥਾਰ ਨਾਲ ਦੱਸੋ। देखो, पेरेंट्स ग्रैंड पेरेंट्स स्पॉन्सरशिप प्रोग्राम 2020 कनेडियन गवर्नमेंट ने लॉन्च किया। एक्चुअली 2019 ਚ ਵੀ ਪ੍ਰੋਗਰਾਮ ਸੀਗਾ, ਬੰਦ ਨਹੀਂ ਹੋਇਆ। ਐਕਚੁਅਲੀ 2019 ਦੇ ਵਿੱਚ ਵੀ ਪ੍ਰੋਗਰਾਮ ਲਾਂਚ ਹੋਇਆ ਸੀ, ਬਟ ਉਹਦੀ ਜਿਹੜੀ ਐਕਸੈਪਟੈਂਸ ਸੀਗੀ ਐਪਲੀਕੇਸ਼ਨਸ ਦੀ ਉਹ ਥੋੜੀ ਜੀ ਐਕਸੈਸ ਲਿਮਿਟਡ ਸੀਗਾ, ਜ਼ਿਆਦਾ ਟੈਕਨੋਲੋਜੀ ਤੇ ਬੇਸ ਸੀਗਾ। ਅਸੀਂ 10 ਮਿੰਟ ਲਈ ਜਾਂ ਪਹਿਲਾਂ ਥੋੜਾ ਟਾਈਮ ਲੱਗਦਾ ਸੀਗਾ, ਥੋੜਾ ਟਾਈਮ ਨਹੀਂ 4-5 ਮਿੰਟ ਐਪਲੀਕੇਸ਼ਨਸ ਖੁੱਲੀਆਂ, ਜਿਸਨੇ ਲਗਾਤੀ ਨਹੀਂ ਵਿਚਾਰੇ ਰਹਿ ਗਏ। ਹੁਣ ਨਾਰਮਲ ਇੱਕ ਬੰਦੇ ਜਿਹਨੂੰ ਕੰਪਿਊਟਰ ਦੀ ਜਾਣਕਾਰੀ ਇੰਨੀ ਨਹੀਂ ਹੈਗੀ, ਮੇਰੇ ਦਾ ਬੰਦੇ ਨੂੰ ਖੋਲਦਾ ਉਹ ਨਾਲੇ ਕਹਿੰਦੇ ਜੀ ਸਟਾਪ ਬੰਦ ਹੋ ਗਿਆ। ਹਾਂ, ਕਿਉਂਕਿ ਹਰ ਬੰਦਾ ਚਾਹੁੰਦਾ ਵੀ ਅਸੀਂ ਕਰੈਕਟ ਇਨਫੋਰਮੇਸ਼ਨ ਫਿਲ ਕਰੀਏ ਵਿੱਚ। ਬਸ ਉਦੋਂ ਨੂੰ ਉਹ ਆਈ ਡੋਨਟ ਨੋ ਸਰਵਰ ਬੰਦ ਹੋ ਗਿਆ, ਪਿੱਛੋਂ ਬੰਦ ਹੋ ਗਿਆ ਤੇ ਬੜੀ ਕ੍ਰਿਟਿਸਾਈਜ਼ ਵੀ ਹੋਇਆ। ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਹੋਇਆ ਕਿ ਇੱਕ ਨਾਰਮਲ ਲੇਮੈਨ ਬੰਦਾ ਜਿਹਨੂੰ ਇੱਕ ਬੇਸਿਕ ਨੌਲੇਜ ਹੈ ਕੰਪਿਊਟਰ ਦੀ, ਹੀ ਕਾਂਟ ਫਾਈਲ that type of complex applications। ਹੁਣ ਉਹਨਾਂ ਨੇ ਸਵਿਚ ਕਰ ਲਿਆ ਫਿਰ 2020 ਦੇ ਵਿੱਚ ਅਕਤੂਬਰ, ਪਹਿਲਾਂ ਕੋਵਿਡ ਕਰਕੇ ਡਿਲੇ ਸੀਗਾ। ਪਹਿਲਾਂ ਐਕਸਪੈਕਟਡ ਸੀ ਅਪ੍ਰੈਲ ਮਈ ਦੇ ਵਿੱਚ, ਪਰ ਕੋਵਿਡ ਕਰਕੇ ਥੋੜਾ ਡਿਲੇ ਹੋ ਗਿਆ ਤੇ ਹੁਣ ਇਹ ਅਕਤੂਬਰ ਦੇ ਵਿੱਚ ਲਾਂਚ ਕਰਨ ਜਾ ਰਿਹਾ 2020 ਲਈ। ਸਭ ਤੋਂ 2018 ਵਾਲਾ ਜਿਹੜਾ ਕ੍ਰਾਈਟੇਰੀਆ ਸੇਮ ਫੋਲੋ ਕਰਦਾ। ਫਾਰਮੂਲਾ ਸੇਮ। ਹਾਂਜੀ, ਕੀ ਫਾਰਮੂਲਾ ਹੈ, ਅਸੀਂ ਜਰਾ ਥੋੜਾ ਦੱਸੀਏ। ਇਹਦੇ ਵਿੱਚ ਸਰ ਇੱਕ ਇੰਟਰਸਟ ਫਾਰਮ ਹੈ ਵੀ ਜਿਵੇਂ ਸਿੱਧੀ ਭਾਸ਼ਾ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਕੋਈ ਅਸਾਮੀ ਵਾਸਤੇ ਐਪਲੀਕੇਸ਼ਨ ਦਿੰਦੇ ਆ, 500 ਅਸਾਮੀਆਂ ਵਾਸਤੇ 10,000 ਐਪਲੀਕੇਸ਼ਨ ਆ ਗਈ, ਉਹਦੇ ਵਿੱਚ ਉਹਨੂੰ ਰੱਖਣੇ ਤਾਂ 500 ਹੀ ਆ। ਉਦਾਂ ਹੀ ਐਪਲੀਕੇਸ਼ਨ ਇੰਟਰਸਟ ਲੈ ਰਿਹਾ ਜਿਹਦੇ ਵਿੱਚ ਤੁਹਾਡੀ ਬੇਸਿਕ ਇਨਫੋਰਮੇਸ਼ਨ ਸਪਾਂਸਰ ਜਿਹੜਾ ਬੱਚਾ ਇੱਥੇ ਹੈ, ਆਪਣੇ ਮਾਂ-ਬਾਪ, ਦਾਦਾ-ਦਾਦੀ, ਗ੍ਰੈਂਡ ਪੇਰੈਂਟਸ ਨੂੰ ਬੁਲਾਉਣਾ ਹੋਵੇ, ਉਹਦੀ ਬੇਸਿਕ ਇਨਫੋਰਮੇਸ਼ਨ ਜਿਵੇਂ ਕਿ ਨਾਮ, ਨੇਮ, ਡੇਟ ਆਫ ਬਰਥ, ਐਡਰੈਸ, ਫੋਨ ਨੰਬਰ, ਈਮੇਲ ਆਈਡੀ ਤੇ ਇੱਕ ਕੋਈ ਵੀ ਪਰਮਾਨੈਂਟ ਰੈਜ਼ੀਡੈਂਸ ਦਾ ਡਾਕੂਮੈਂਟ ਜਾਂ ਸਿਟੀਜ਼ਨ ਹੈ ਤਾਂ ਸਿਟੀਜ਼ਨ ਦਾ ਪ੍ਰੂਫ ਉਹ ਸ਼ਾਇਦ ਅਪਲੋਡ ਹੋਏਗਾ, ਕਿਉਂਕਿ ਇਹਦੇ ਕੋਲ। ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਗਵਰਨਮੈਂਟ ਨੇ ਰਿਲੈਕਸੇਸ਼ਨ ਇਹ ਦਿੱਤੀ ਹੈ ਕਿ ਇਹਦੇ ਵਿੱਚ ਹਰੀ ਕਰਨ ਦੀ ਲੋੜ ਨਹੀਂ, ਰਸ਼ ਕਰਨ ਦੀ ਲੋੜ ਨਹੀਂ। 13 ਅਕਤੂਬਰ ਤੋਂ ਲੈ ਕੇ 3 ਨਵੰਬਰ ਤੱਕ ਕੋਈ ਵੀ ਬੰਦਾ ਜਿਹੜਾ ਐਲੀਜੀਬਲ ਹੈ ਆਪਦੀ ਇਨਕਮ ਇਵੈਲੂਏਟ ਕਰ ਸਕਦਾ। ਉਹਦੇ ਕੋਲ ਪ੍ਰੋਪਰ ਟਾਈਮ ਹੈ, ਉਹ ਲਗਾ ਕੇ ਇੰਟਰਸਟ ਆਪਦਾ ਫਾਈਲ ਕਰਦੇ। ਹੁਣ ਵੀ ਇੰਟਰਨੈਟ ਆਨਲਾਈਨ ਹੈ ਦੋ ਹੁਣ ਇਹਦੇ ਵਿੱਚ ਦਿੱਤੀਆਂ ਹੋਈਆਂ। ਇਹਦੇ ਵਿੱਚ ਪੇਪਰ ਬੇਸ ਵੀ ਤੁਸੀਂ ਭੇਜ ਸਕਦੇ ਹੋ ਕਿ ਤੁਸੀਂ ਨਹੀਂ ਫੈਮਿਲੀਅਰ ਹੈਗੇ, ਤੇ ਇੱਕ ਆਨਲਾਈਨ ਹੈ। ਪੇਪਰ ਬੇਸ ਨਾਲ ਈਮੇਲ ਕਰ ਸਕਦੇ ਹੋ। ਉਹ ਇੱਕ ਤੁਸੀਂ ਈਮੇਲ ਦਿੱਤੀ ਹੋਈ ਹੈ ਇਮੀਗ੍ਰੇਸ਼ਨ ਨੇ, ਉਹਦੇ ਤੇ ਤੁਸੀਂ ਆਪਣਾ ਇੰਟਰਸਟ ਫਾਰਮਸ ਕਰਕੇ ਈਮੇਲ ਵੀ ਕਰ ਸਕਦੇ ਹੋ। ਬਟ ਜਿਹੜਾ ਆਨਲਾਈਨ ਜਿਹੜਾ ਫਾਰਮ ਹੈਗਾ ਇੰਟਰਸਟ ਦਾ, ਡੈਟ ਵਿਲ ਬੀ ਦਾ ਸਭ ਤੋਂ ਵੱਧ ਜ਼ਿਆਦਾ ਕਾਰਗਰ ਸਾਬਤ ਹੋਊਗਾ। ਠੀਕ ਹੈ, ਕਿਉਂਕਿ ਕਈ ਵਾਰ ਪੇਪਰ ਮਿਲਦੇ ਆ, ਈਮੇਲਸ ਜ਼ਿਆਦਾ ਆਉਂਦੇ, ਇਹਦੇ ਵਿੱਚ ਉਹਨਾਂ ਕੋਲ ਸਿੱਧਾ ਡਾਟਾਬੇਸ ਦੇ ਵਿੱਚ ਚਲੇ ਜਾਏਗਾ। ਉਸ ਤੋਂ ਬਾਅਦ 3 ਨਵੰਬਰ ਤੱਕ ਇਦਾਂ ਹੀ ਓਪਨ ਰਹੂਗੀ ਐਪਲੀਕੇਸ਼ਨਸ। ਇਹ ਕਦੋਂ ਸ਼ੁਰੂ ਕਿਹੜੀ ਡੇਟ ਤੋਂ ਹੋਣਾ ਜੀ? 13 ਅਕਤੂਬਰ 13 ਤੋਂ ਹੋਣਾ ਤੇ 3 ਨਵੰਬਰ ਤੱਕ। ਕਾਫੀ ਦਿਨ ਹੈ, 20 ਦਿਨ ਹੋ ਗਏ। 21 ਦਿਨ ਹੋ ਗਏ। 21 ਦਿਨ ਦੇ ਵਿੱਚ ਤੁਸੀਂ ਆਪਣੀ ਐਪਲੀਕੇਸ਼ਨ ਦਾ ਇੰਟਰਸਟ ਸਬਮਿਟ ਕਰ ਸਕਦੇ ਹੋ। ਜਿਹੜੇ ਵੀ ਫਿਰ ਉਸ ਤੋਂ ਬਾਅਦ ਹੈ ਲੋਟਰੀ ਸਿਸਟਮ, ਫਿਰ ਉਸ ਤੋਂ ਬਾਅਦ ਜਿਹੜੀਆਂ ਵੀ 10,000 ਐਪਲੀਕੇਸ਼ਨਸ ਰੈਂਡਮਲੀ ਪਿਕ ਹੋਣਗੀਆਂ। ਅੱਛਾ, ਉਹ ਜਿਹੜਾ ਹੈਗਾ 10,000 ਹੀ ਲੈਣੀਆਂ ਸੀ ਐਪਲੀਕੇਸ਼ਨ, 10,000 ਰੈਂਡਮਲੀ ਸਿਲੈਕਟ ਕਰ ਲੈਣੀ ਹੈ। ਉਹਦੇ ਚ ਉਹ ਕੋ ਕ੍ਰਾਈਟੇਰੀਆ ਗਵਰਨਮੈਂਟ ਨੇ ਫਿਰ ਦੱਸਿਆ, ਅਨਾਉਂਸ ਕੀਤਾ ਵੀ ਅਸੀਂ ਕਿਵੇਂ ਲਵਾਂਗੇ, ਕੋਈ ਲੋਟਰੀ ਸਿਸਟਮ ਨਹੀਂ ਹੈ। ਜਦੋਂ ਤੁਸੀਂ ਇੰਟਰਸਟ ਫਾਰਮ ਸਬਮਿਟ ਕਰਨਾ, ਉਹਦੇ ਵਿੱਚ ਤੁਹਾਡੀ ਇਨਫੋਰਮੇਸ਼ਨ ਜਿਹੜੀ ਜਾਣੀ ਹੈ, ਤੁਹਾਡਾ ਜਿਵੇਂ ਬੇਸਿਕ ਇਨਫੋਰਮੇਸ਼ਨ ਪਲੱਸ ਉਹਦੇ ਵਿੱਚ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਜਾਊਗਾ ਕਿ ਤੁਹਾਡੀ 3 ਸਾਲ ਦੀ ਇਨਕਮ ਤੁਸੀਂ ਕ੍ਰਾਈਟੇਰੀਆ ਮੀਟ ਕਰਦੇ ਹੋ ਇਸ ਪ੍ਰੋਗਰਾਮ ਨਾਲ। ਜੇ ਤੁਸੀਂ ਇਨਕਮ ਕ੍ਰਾਈਟੇਰੀਆ ਮੀਟ ਕਰਦੇ ਤੁਸੀਂ ਯੈਸ ਟਿਕ ਕਰੋਗੇ, ਤੇ ਜੇ ਨਹੀਂ ਕਰਦੇ ਫਿਰ ਤੁਸੀਂ ਐਲੀਜੀਬਲ ਹੀ ਨਹੀਂ। ਫਿਰ ਉਹ ਜਿਹੜੇ ਐਲੀਜੀਬਲ ਲੋਕ ਹੈਗੇ ਆ ਉਹ ਉਹਨਾਂ ਇੰਟਰਸਟ ਦੇ ਵਿੱਚੋਂ 10,000 ਐਪਲੀਕੇਸ਼ਨਸ ਸਿਲੈਕਟ ਕਰ ਲੈਣਗੇ। ਪਰ ਜੇਕਰ ਉਹ ਪੂਰੀਆਂ 10,000 ਐਪਲੀਕੇਸ਼ਨਾਂ ਇਮੀਗ੍ਰੇਸ਼ਨ ਕੋਲ ਨਹੀਂ ਪਹੁੰਚਦੀਆਂ, ਕੰਪਲੀਟ ਐਪਲੀਕੇਸ਼ਨ ਇੱਕ ਡੈਡਲਾਈਨ ਤੇ ਜਦੋਂ ਉਹਨਾਂ ਨੇ ਡੈਡਲਾਈਨ ਫਰਦਰ ਫਿਊਚਰ 'ਚ ਦੇਣਗੇ,
ਤੇ ਜੇ ਬਚਦਾ ਵਾ ਕੋਟਾ ਤੇ ਫਿਰ ਸੈਕੰਡ ਡਰਾ ਵੀ ਕੱਢਦੇ ਹੁੰਦੇ ਉਹਦੇ ਵਿੱਚ। ਸੈਕੰਡ ਵੀ ਕਰ ਸਕਦੇ ਮਤਲਬ ਡਰਾ ਕੱਢਣ ਦੇ ਲਈ ਬੇਸਿਕ ਕ੍ਰਾਈਟੇਰੀਆ ਪਹਿਲਾਂ ਹੀ ਪੂਰਾ ਕਰਨਾ ਪਊਗਾ ਜੀ। ਤੇ ਡਰਾ ਕਰਨ ਦਾ ਉਹ ਦੱਸਣਾ ਨਹੀਂ ਉਹਨੇ ਬੇਸਿਕ ਡਰਾ ਕਿੱਦਾਂ ਕਰਨਾ। ਹਾਂਜੀ, ਉਹ ਨਾਰਮਲੀ ਜੇ ਪਿੱਛੇ ਜਾਇਆ ਜਾਵੇ ਪਿਛਲੇ ਸੀਜ਼ਨ ਸ਼ਾਇਦ ਕੰਪਿਊਟਰ ਨੂੰ ਕਹਿਣ ਕਿ ਡਰਾ ਕੱਢ ਦੇ ਠੀਕ ਹੈ। ਹਾਂ, ਜੇ ਪਿਛਲੇ ਸੀਜ਼ਨ ਜਾਇਆ ਜਾਵੇ ਤਾਂ 2 ਤੋਂ 3 ਮਹੀਨੇ ਬਾਅਦ ਠੀਕ ਹੈ ਡਰਾ ਹੁੰਦਾ। ਅੱਛਾ, ਇੱਕ ਤੇ ਇਹ ਆਪਾਂ ਇਹ ਵੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹਾਂ ਕਿ ਇਨਕਮ ਕਿੰਨੀ ਹੋਣੀ ਚਾਹੀਦੀ ਹੈ। ਇਨਕਮ ਦਾ ਇੱਕ ਪਾਰਟਿਕੂਲਰ ਟੇਬਲ ਹੈਗਾ ਬਣਿਆ ਹੋਇਆ। ਹਾਂ, ਵੀ ਦੋ ਹਸਬੰਡ ਵਾਈਫ ਇੱਥੇ ਰਹਿੰਦੇ ਆ, ਉਹ ਆਪਣੇ ਦੋ ਪੇਰੈਂਟਸ ਨੂੰ ਦੇਣਾ ਚਾਹੁੰਦੇ, 4 ਦੀ ਇਨਕਮ ਬਣਾਉਣੀ ਪਊ। ਉਹ ਇੱਕ ਟੇਬਲ ਹੈਗਾ, ਮੈਂ ਤੁਹਾਨੂੰ ਟੇਬਲ ਭੇਜ ਦਿੰਦਾ, ਤੁਸੀਂ ਬ੍ਰੌਡਕਾਸਟ ਕਰਨਾ ਕਰ ਦਿਓ, ਸਕਰੀਨ ਤੇ ਕਰ ਸਕਦੇ ਹੋ। ਠੀਕ ਹੈ। ਉਹਦੇ ਵਿੱਚ ਜਿਹੜੀ 2020 ਦੀ ਇਨਕਮ ਹੈ, ਜਿਹੜੀ ਇਸ ਸਾਲ ਦੀ ਇਨਕਮ ਹੈ, ਦੋ ਉਹਦੇ ਵਿੱਚ ਇੰਪੋਰਟੈਂਟ ਫੈਕਟਰ ਦੱਸੇ ਹੋਏ ਗਵਰਨਮੈਂਟ ਨੇ। ਇੱਕ ਤਾਂ 2020 ਦੀ ਇਨਕਮ ਹਲੇ ਪਬਲਿਸ਼ ਨਹੀਂ ਹੋਈ ਕਿਤੇ ਵੀ, ਕੀ ਰਿਕੁਆਇਰਮੈਂਟ ਹੈ 2020 ਦੀ। ਅੱਛਾ ਜੀ, ਠੀਕ ਹੈ। ਇਹ 19 ਵਾਲੀ ਹੀ ਨਹੀਂ ਹੋਊਗੀ 2020 ਵਾਲੀ ਵੀ, ਬਟ ਹਲੇ ਦੱਸਿਆ ਨਹੀਂ। ਜਿੱਦਣ ਸ਼ਾਇਦ ਇੰਟਰਸਟ ਆਊਗਾ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਸ਼ਾਇਦ ਵੈਬਸਾਈਟ ਤੇ ਡਿਸਪਲੇ ਕਰ ਦੇ। ਠੀਕ। ਪਰ ਅਸੀਂ ਕੀ ਕੀਤਾ, ਅਸੀਂ ਇੱਕ ਐਵਰੇਜ ਪਿਛਲੇ ਈਅਰ ਟੂ ਈਅਰ ਐਵਰੇਜ ਲੈ ਕੇ ਅਸੀਂ ਇੱਕ ਆਪਣਾ ਮੇਰਾ ਆਪਦਾ ਡਿਸਕ੍ਰਿਪਸ਼ਨ ਆ ਵੀ ਆਈ ਡੋਨਟ ਥਿੰਕ ਯੂ, ਅਸੀਂ ਉਹਦੇ ਵਿੱਚ ਐਡੀਸ਼ਨ ਕਰਕੇ ਐਵਰੇਜ ਕੱਢ ਕੇ ਇੱਕ ਰਫ ਇਨਕਮ ਬਣਾਈ ਹੋਈ ਹੈ। ਮੈਨੂੰ ਇਸ ਗੱਲ ਅੰਦਾਜ਼ਾ ਜਿਹਾ ਬਣਾ ਲਿਆ। ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਮੈਂ ਨਾਰਮਲ ਨਾਲੋਂ ਜ਼ਿਆਦਾ ਰੱਖਿਆ ਹੋਇਆ। ਮੈਂ ਸ਼ੋਰ ਨਹੀਂ ਹੈਗਾ, ਬਟ ਮੈਂ ਨਾਰਮਲ ਨਾਲੋਂ ਜ਼ਿਆਦਾ ਰੱਖਿਆ। ਉਹ ਮੈਂ ਟੇਬਲ ਤੁਹਾਨੂੰ ਦੇ ਦੂੰਗਾ ਤੇ ਉਹਦੇ ਨਾਲ ਐਟਲੀਸਟ ਆਈਡੀਆ ਮਿਲ ਸਕਦਾ ਤੁਹਾਨੂੰ। 500 1000 ਉੱਪਰ ਨੀਚੇ ਪਲੱਸ ਮਾਈਨਸ ਹੋ ਸਕਦਾ, ਬਟ ਆਈਡੀਆ ਤੁਹਾਨੂੰ ਮਿਲ ਜੂ 2020। ਇੱਕ ਚੀਜ਼ ਹੋਰ ਕਿ ਜਿਹੜੀ ਇਨਕਮ ਦੀ ਇਵੈਲੂਏਸ਼ਨ ਇਸ ਕੈਟਾਗਰੀ ਦੀ ਐਪਲੀਕੇਸ਼ਨ ਚ ਹੁੰਦੀ ਸੀ, ਉਹ ਲੀਕ ਹੋ ਜਾਂਦੀ। ਲੋ ਇਨਕਮ ਕਟ ਆਫ ਗਵਰਨਮੈਂਟ ਨੇ ਕਟ ਆਫ ਦਿੱਤੀ ਹੁੰਦੀ ਤੁਹਾਨੂੰ ਸ਼ਾਇਦ ਕਿੰਨੀ ਇਨਕਮ ਇੱਕ ਫੈਮਿਲੀ ਯੂਨਿਟ ਨੂੰ ਚਾਹੀਦੀ ਹੈ ਸਰਵਾਈਵ ਕਰਨ ਵਾਸਤੇ। ਉਹ ਜਿਹੜੀ ਲੋ ਇਨਕਮ ਕਟ ਆਫ ਹੈ, ਜਿਹੜੀ ਪੇਰੈਂਟਸ ਨੂੰ ਸਪਾਂਸਰ ਕਰਨ ਦੀ ਰਿਕੁਆਇਰਮੈਂਟਸ ਆ, ਉਹ ਲੋ ਇਨਕਮ ਪਲੱਸ 30% ਹੁੰਦਾ ਸੀ। ਠੀਕ ਹੈ। ਗਵਰਨਮੈਂਟ ਨੇ 2020 ਦੀ ਇਨਕਮ ਪੈਂਡੇਮਿਕ ਕਰਕੇ ਉਹ ਜਿਹੜਾ ਪਲੱਸ 30% ਦਾ ਫੈਕਟਰ ਸੀ ਉਹ ਖਤਮ ਕਰ ਦਿੱਤਾ। ਜਿਵੇਂ ਹੁੰਦਾ ਸੀ ਕਿ ਐਵਰੀ ਈਅਰ ਇਨਕਰੀਜ਼ ਹੋਣੀ ਚਾਹੀਦੀ ਇਨਕਮ। ਹਾਂਜੀ, ਫੋਰ ਐਗਜ਼ਾਮਪਲ ਤੁਹਾਡੀ ਲੀਕੋ ਜਿਹੜੀ ਸੁਪਰਵਿਜ਼ੀ ਵਾਸਤੇ ਯੂਜ਼ ਹੁੰਦੀ ਹੈ। ਫੋਰ ਐਗਜ਼ਾਮਪਲ ਤੁਹਾਨੂੰ ਲੀਕੋ 40,000 ਚਾਹੀਦੀ, ਪਰ ਜੇ ਤੁਸੀਂ ਪੇਰੈਂਟਸ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਐਟਲੀਸਟ 30% ਹੋਰ, ਯਾਨੀ 12,000 ਹੋਰ ਚਾਹੀਦੀ। ਹਾਂਜੀ, ਤੇ 42,000 ਚਾਹੀਦੀ। ਉਹ ਜਿਹੜਾ 30% ਇਨਕਰੀਜ਼ਿੰਗ ਫੈਕਟਰ ਸੀਗਾ, ਉਹ 2020 ਦੀ ਇਨਕਮ ਦੇ ਵਿੱਚ ਗਵਰਨਮੈਂਟ ਨੇ ਵੇਵ ਦਿੱਤਾ। ਬਿਲਕੁਲ, ਇਹਦਾ ਥੋੜਾ ਸੌਖਾ ਹੋ ਗਿਆ। ਜਿਹਦੀ 2018-19 ਦੀ ਇਨਕਮ ਆਉਂਦੀ ਹੈ, ਕੋਵਿਡ ਕਰਕੇ 2020 ਦੀ ਨਹੀਂ ਵੀ ਬਣੀ, ਬਟ ਸਟਿਲ ਉਹ ਲੀਕੋ ਮੀਟ ਕਰਦਾ ਪਿਆ ਤੇ ਉਹਦੀ 2020 ਦੀ ਇਨਕਮ ਕੰਸੀਡਰ ਹੋ ਜਾਊਗੀ। ਇੱਕ ਪ੍ਰੋਫੈਸ਼ਨਲ ਹੋਣ ਦੇ ਨਾਤੇ ਤੁਹਾਨੂੰ ਇਹਦਾ ਬੜਾ ਤਜਰਬਾ ਹੈ ਪਿਛਲੇ ਸਾਲਾਂ ਵਿੱਚ ਵੀ ਹੈ। ਇਹਦੀ ਹੋਰ ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਹੋ ਸਾਡੇ ਸਰੋਤਿਆਂ ਨੂੰ ਕਿ ਜਦੋਂ ਐਪਲੀਕੇਸ਼ਨ ਤੁਸੀਂ ਪੇਰੈਂਟਸ ਲਈ ਜਾਂ ਗ੍ਰੈਂਡ ਪੇਰੈਂਟਸ ਲਈ ਉਹਨਾਂ ਨੂੰ ਪੱਕੇ ਸੱਦਣ ਵਾਸਤੇ ਇੱਥੇ ਭਰਨੀ ਹੈਗੀ ਹੈ, ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਇਨਕਮ ਹੀ, ਜੇ ਇਨਕਮ ਦਾ ਕ੍ਰਾਈਟੇਰੀਆ ਤੁਹਾਡਾ ਹੋਣਾ ਚਾਹੀਦਾ। ਤੁਸੀਂ ਪੀਆਰ ਹੋਣੇ ਚਾਹੀਦੇ ਜਾਂ ਸਿਟੀਜ਼ਨ ਹੋਣੇ ਚਾਹੀਦੇ। ਇਹਦੇ ਵਿੱਚ ਵੀ 3 ਸਾਲ ਵਾਲਾ ਹੈਗਾ ਨਹੀਂ, ਤੁਸੀਂ ਪੀਆਰ ਜਾਂ ਸਿਟੀਜ਼ਨ ਤੁਸੀਂ ਨਹੀਂ ਵੀ ਜਿਹੜੀ ਸਿਟੀਜ਼ਨ ਹੈਗੇ ਉਹ ਜਾਂ ਪੀਆਰ ਹੈਗੇ ਤੇ ਸਿਰਫ 2020 ਦੀ ਇਨਕਮ ਉਹਨਾਂ ਨੇ ਕੰਸੀਡਰ ਕਰਨੀ ਜਾਂ ਪਿਛਲੇ 3 ਸਾਲ? 3 ਸਾਲ ਠੀਕ ਹੈ। 2018-19-20 ਦੀ ਇਨਕਮ ਚ ਸਿਰਫ ਇੱਕ ਕੰਸੀਡਰਿੰਗ ਫੈਕਟਰ ਹੈ ਕਿ 30% ਦਾ ਜਿਹੜਾ ਵੇਵ ਮਿਲਿਆ ਹੋਇਆ ਉਹ ਨਹੀਂ ਹੋਊਗਾ। ਉਹ ਲੀਕੋ ਜੋ ਸਿਰਫ ਜੇ ਤੁਸੀਂ ਲੀਕੋ ਮੀਟ ਕਰਦੇ ਹੋ 2020 ਦੀ ਇਨਕਮ ਤੁਸੀਂ ਮੀਟ ਕਰਦੇ ਹੋ। ਬਹੁਤ ਵਧੀਆ ਹੋ ਗਿਆ। ਹੋਰ ਇਸ ਤੋਂ ਇਲਾਵਾ ਮੈਂ ਤੁਹਾਡੀ ਕੁਆਲੀਫਿਕੇਸ਼ਨ ਚਾਹੀਦੀ ਹੈਗੀ ਕਿ ਤੁਸੀਂ ਇੱਥੇ ਪੀਆਰ ਹੋਵੋ ਜਾਂ ਸਿਟੀਜ਼ਨ ਹੋ, ਤੁਸੀਂ ਕੈਨੇਡਾ ਚ ਰਹਿ ਰਹੇ ਹੋ। ਕੈਨੇਡਾ ਚ ਰਹਿ ਰਹੇ ਹੋ ਜੀ। ਜਿਹੜੇ ਪੇਰੈਂਟਸ ਪਹਿਲਾਂ ਕਿਤੇ ਸੁਪਰ ਵੀਜ਼ੇ ਤੇ ਆਏ ਸੀ ਜਾਂ ਵਿਜ਼ਟਰ ਵੀਜ਼ੇ ਤੇ ਆਏ ਸੀ, ਉਹ ਸਾਰੇ ਐਲੀਜੀਬਲ ਹੈਗੇ? ਸਾਰੇ ਐਲੀਜੀਬਲ ਆ, ਉਹਨਾਂ ਨੂੰ ਵਾਪਸ ਜਾਣ ਦੀ ਜ਼ਰੂਰਤ ਨਹੀਂ ਹੈਗੀ। ਉਹ ਇੱਥੇ ਰਹਿੰਦੇ ਹੋਏ ਇਸ ਪ੍ਰੋਗਰਾਮ ਦਾ ਫਾਇਦਾ ਜਿਹੜੇ ਇਸ ਵੇਲੇ ਆਏ ਹੋਏ ਆ ਕੋਵਿਡ ਕਰਕੇ ਨਹੀਂ ਜਾ ਸਕੇ ਜਾਂ ਉਹਨਾਂ ਦਾ ਅਜੇ ਵੈਸੇ ਪੀਰੀਅਡ ਬਾਕੀ ਹੋ ਰਹਿੰਦਾ ਤੇ ਉਹ ਵੀ ਇਸ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਜਾ ਸਕਦਾ। ਉਹਨਾਂ ਨੂੰ ਵਾਪਸ ਜਾਣ ਦੀ ਜ਼ਰੂਰਤ ਨਹੀਂ, ਬਸ਼ਰਤੇ ਭਾਵੇਂ ਵੀਜ਼ਾ ਉਹਨਾਂ ਦਾ ਐਕਸਪਾਇਰ ਹੋ ਗਿਆ ਹੋਵੇ। ਉਹਨਾਂ ਨੂੰ ਆਪਣਾ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਉਹ ਮੇਨਟੇਨ ਕਰਕੇ ਰੱਖਣਾ ਪਊਗਾ, ਜੋ ਐਕਸਟੈਂਸ਼ਨ ਲੈਣੀ ਪਏਗੀ। ਹਾਂਜੀ, ਜੇ ਤੁਸੀਂ ਆਊਟ ਆਫ ਸਟੇਟ ਨਹੀਂ ਜਾ ਸਕਦੇ, ਬਟ ਉਹ ਇੱਥੇ ਰਹਿੰਦੇ ਕਨਵਰਟ ਹੋ ਜਾਣਗੇ। ਐਕਸਟੈਂਸ਼ਨ ਸੌਖੀ ਮਿਲ ਜਾਂਦੀ ਅੱਜ ਕੱਲ ਤਾਂ ਕੋਵਿਡ ਕਰਕੇ ਕਾਫੀ ਰਿਲੈਕਸੇਸ਼ਨ ਦੇ ਰਹੇ ਆ। ਹਾਂਜੀ, ਜਿਹੜੇ ਲੋਕ ਪਹਿਲਾਂ ਇੱਥੇ ਆਏ ਹੋਏ ਆ, ਵਿਜ਼ਟਰ ਆਏ ਸੀ, ਫॉर ਐਗਜ਼ਾਮਪਲ ਜਨਵਰੀ ਚ ਆ ਗਏ ਸੀ, ਉਸ ਤੋਂ ਬਾਅਦ ਜਾ ਨਹੀਂ ਹੋਇਆ ਉਹਨਾਂ ਕੋਲ,
ਉਹਨਾਂ ਨੇ ਵੀਜ਼ਾ ਐਕਸਟੈਂਡ ਕਰਵਾ ਲਿਆ ਜੀ। ਹੁਣ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਲੋੜ ਪਈ ਕਿ ਇਸ ਕੈਟਾਗਰੀ ਦੇ ਵਿੱਚ ਉਹ ਅਪਲਾਈ ਕਰਨਾ ਹੈਗਾ ਜੀ। ਤੇ ਉਹ ਸੌਖੇ ਉਹਨਾਂ ਨੂੰ ਚਾਂਸਸ ਹੈਗੇ ਆ ਹਾਂਜੀ। ਵੀਜ਼ਾ ਐਕਸਟੈਂਸ਼ਨ ਹੋ ਜਾਏਗਾ ਜੇ ਉਹਦੇ ਵਿੱਚ ਐਪਲੀਕੇਸ਼ਨ ਉਹਨਾਂ ਦੀ ਐਕਸੈਪਟ ਹੋ ਗਈ ਤੇ ਫਿਰ ਉਹਨਾਂ ਨੂੰ ਵਾਪਸ ਜਾਣ ਦੀ ਲੋੜ ਨਹੀਂ, ਇੱਥੇ ਬੈਠੇ ਹੀ ਪੀਆਰ ਹੋ ਸਕਦੇ ਆ, ਪਰਮਾਨੈਂਟ ਰੈਜ਼ੀਡੈਂਟ ਨੂੰ ਸਟੇਟਸ ਮਿਲ ਸਕਦਾ ਹੈ। ਹੋਰ ਕਿਹੜੀ ਕੈਟਾਗਰੀ ਜਿਹੜੀਆਂ ਹੋਰ ਕਿਹੜੀਆਂ ਗੱਲਾਂ ਜਿਹੜੀਆਂ ਇਸ ਕੈਟਾਗਰੀ ਵਾਸਤੇ ਕਰਨੀਆਂ ਬਹੁਤ ਜ਼ਰੂਰੀ ਹੈ? ਦੇਖੋ, ਜਦੋਂ ਤੁਸੀਂ ਤੁਹਾਡਾ ਡ੍ਰੌਪ ਤੁਸੀਂ ਲੱਕੀ ਹੋਏ ਹੈਗੇ ਵੀ ਤੁਹਾਡੀ ਐਪਲੀਕੇਸ਼ਨ ਆ ਗਈ, ਤੁਹਾਨੂੰ ਇਨਵਾਈਟ ਕਰ ਲਿਆ ਐਪਲੀਕੇਸ਼ਨ ਵਾਸਤੇ, ਨਾਰਮਲੀ ਪੁਲਿਸ ਚੈੱਕਸ ਵਗੈਰਾ ਚਾਹੀਦੇ ਹੁੰਦੇ ਆ ਕਿਉਂਕਿ ਪੇਰੈਂਟਸ ਨਾਰਮਲੀ 6 ਮਹੀਨੇ ਤੋਂ ਜ਼ਿਆਦਾ ਰਹੇ ਹੁੰਦੇ ਆ ਤੇ ਉਹਨਾਂ ਨੂੰ ਫਿਰ ਉਹਨਾਂ ਲਈ ਆਰਸੀਐਮਪੀ ਦੀ ਪੁਲਿਸ ਰਿਪੋਰਟ ਚਾਹੀਦੀ ਹੈ, ਫਿੰਗਰਪ੍ਰਿੰਟ ਦੀ, ਜਦੋਂ ਅਪਲਾਈ ਫਾਈਨਲੀ ਪੇਪਰ ਤੁਸੀਂ ਦੇਣਾ ਹੈ ਕਿਉਂਕਿ 6 ਮੰਥ ਤੋਂ ਜ਼ਿਆਦਾ ਕੈਨੇਡਾ। ਮੈਂ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਰੋਕ ਰਿਹਾ ਜੀ, ਜਦੋਂ ਤੁਸੀਂ ਇੰਟਰਸਟ ਸਬਮਿਟ ਕਰ ਦਿੱਤਾ ਉਹਦਾ ਡਰਾਅ ਵਿੱਚ ਨਾ ਆ ਗਿਆ, ਪੇਪਰ ਤਾਂ ਉਦੋਂ ਦੇਣਾ ਹਾਂਜੀ, ਉਸ ਬਾਕੀ ਤੋਂ ਬਾਅਦ ਹਾਂਜੀ ਡਾਕੂਮੈਂਟ, ਠੀਕ ਹੈ ਜੀ। ਪਹਿਲਾਂ ਸਿਰਫ ਤੁਸੀਂ ਆਪਣੀ ਆਈਡੈਂਟੀਫਿਕੇਸ਼ਨ ਦੇਣੀ ਹੈ ਕਿ ਮੈਂ ਪਰਮਾਨੈਂਟ ਰੈਜ਼ੀਡੈਂਟ ਹਾਂ ਤੇ ਐਲੀਜੀਬਲ ਹੈਗਾ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨ ਵਾਸਤੇ, ਜਾਂ ਪੀਆਰ ਆ ਜਾਂ ਸਿਟੀਜ਼ਨ ਆ, ਹੋਰ ਕੋਈ ਨਹੀਂ ਚਾਹੀਦਾ। ਉਸ ਤੋਂ ਬਾਅਦ ਤੁਸੀਂ ਪੇਪਰ ਦੇਣੇ ਹੈਗੇ, ਆਪਦੀ ਇਨਕਮ ਦਾ ਪ੍ਰੂਫ ਦੇਣਾ, ਰੈਜ਼ੀਡੈਂਸ ਦਾ ਜੇ ਤੁਸੀਂ ਇਨਵਾਈਟ ਹੋ ਜਾਂਦੇ, ਜੇ ਇਨਵਾਈਟ ਹੋ ਜਾਂਦਾ, ਜੇ ਉਹ ਡਰਾਅ ਵਿੱਚ ਨਾ ਆ ਜਾਂਦਾ, ਠੀਕ ਹੈ ਜੀ। ਫਿਰ ਤੁਹਾਡੇ ਕੋਲ ਪੇਪਰ ਹੋਣੇ ਚਾਹੀਦੇ ਆ, 3 ਸਾਲਾਂ ਦੀ ਇਨਕਮ ਦੇ ਪੇਪਰ ਹੋਣੇ ਚਾਹੀਦੇ ਆ, ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨਸ਼ਿਪ ਦਾ ਪ੍ਰੂਫ ਹੋਣਾ ਚਾਹੀਦਾ, ਫਿਰ ਰਹਿائش ਦਾ ਪ੍ਰੂਫ ਦੀ ਵੀ ਲੋੜ ਹੈ, ਜਾਂ ਹੋਰ ਕੋਈ ਇਦਾਂ ਦੇ ਹੈ ਫਾਰਮੈਲਿਟੀਜ਼ ਜਿਹੜੀਆਂ ਧਿਆਨ ਰੱਖਣੀਆਂ ਚਾਹੀਦੀਆਂ ਪਹਿਲਾਂ ਹੀ ਐਡਵਾਂਸ? ਸਪਾਂਸਰ ਵਾਸਤੇ ਤਾਂ ਨਹੀਂ, ਬਟ ਸਟਿਲ ਇੱਕ ਚੀਜ਼ ਦੇ ਵਿੱਚ ਹੈਗੀ, ਐਗਜ਼ਾਮਪਲ ਨਾਲ ਹੀ ਸਮਝ ਆਏਗੀ, ਕਿਉਂਕਿ ਜੇ ਤੁਸੀਂ ਆਪਣੇ ਪੇਰੈਂਟਸ ਨੂੰ ਸਪਾਂਸਰ ਕੀਤਾ ਤੇ ਉਹ ਪੇਰੈਂਟਸ ਤੁਹਾਡੇ ਪਿਛਲੇ 2 ਸਾਲ ਤੇ ਪਿਛਲੇ ਸਾਲ ਕੈਨੇਡਾ ਆ ਗਏ, ਜਦੋਂ ਤੁਸੀਂ ਸਪਾਂਸਰਸ਼ਿਪ ਫਾਈਲ ਕਰਦੇ ਤੁਹਾਡੀ ਅੰਡਰਟੇਕਿੰਗ ਹੁੰਦੀ ਹੈ ਸਰਟਨ ਪੀਰੀਅਡ ਵਾਸਤੇ ਉਹਨਾਂ ਨੂੰ ਮੇਨਟੇਨ ਕਰਨ ਦੀ, ਜਿੰਨਾ ਚਿਰ ਉਹ ਅੰਡਰਟੇਕਿੰਗ ਇਫੈਕਟ ਦੇ ਵਿੱਚ ਹੈ, ਜੇ ਤੁਸੀਂ 4 ਫੈਮਿਲੀ ਮੈਂਬਰ, 2 ਬੱਚੇ ਤੋਂ ਤੁਸੀਂ ਆਪ ਹੋ ਪਲੱਸ ਤੁਹਾਡੇ 2 ਪੇਰੈਂਟਸ 6 ਜਾਣੇ ਹੋਗੇ ਤੇ ਅੱਗੇ ਤੁਸੀਂ ਫਿਊਚਰਸ ਆਪਦੇ ਮਦਰ ਇਨ ਲਾ ਤੇ ਫਾਦਰ ਇਨ ਲਾ ਨੂੰ ਇਸ ਪ੍ਰੋਗਰਾਮ 'ਚ ਕਰਨਾ ਚਾਹੁੰਦੇ ਹੋ ਤੇ ਤੁਹਾਡੀ ਜਿਹੜੀ ਇਨਕਮ ਹੈ ਉਹ 8 ਜਾਣਿਆਂ ਦੀ ਹੋਊਗੀ। ਬਿਲਕੁਲ ਉਨੀ ਚਾਹੀਦੀ ਕਿਉਂਕਿ ਅੰਡਰਟੇਕਿੰਗ ਇਫੈਕਟ ਦੇ ਵਿੱਚ ਹੈ ਪਿਛਲੀ। ਬਸ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ, ਬਾਕੀ ਪੇਰੈਂਟਸ ਲਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਆਰਸੀਐਮਪੀ ਦਾ ਜ਼ਰੂਰੀ ਹੈ ਇੱਥੇ ਕੈਨੇਡਾ, ਜੇ 6 ਮਹੀਨੇ ਤੋਂ ਜ਼ਿਆਦਾ ਰਹੇ ਹੋ ਤੇ ਜਾਂ ਕਿਸੇ ਹੋਰ ਕੰਟਰੀ ਤੁਸੀਂ 6 ਮਹੀਨੇ ਤੋਂ ਰਹੇ ਹੋ ਉੱਥੋਂ, ਤੇ ਬਾਕੀ ਇੰਡੀਅਨ ਪੁਲਿਸ ਕਲੀਅਰੈਂਸ ਉਹ ਨਾਰਮਲੀ ਬਾਰੇ ਪੈਨਿਕ ਹੋ ਜਾਂਦੇ ਲੋਕ, ਇੰਡੀਆ ਤੋਂ ਕਿਵੇਂ ਮਿਲੂਗੀ ਅੱਜ ਕੱਲ੍ਹ, ਪਰ ਇੰਡੀਆ ਤੋਂ ਜਾਣ ਦੀ ਜ਼ਰੂਰਤ ਨਹੀਂ ਹੈਗੀ, ਇੰਡੀਅਨ ਹਾਈ ਕਮਿਸ਼ਨ ਜਿਹੜਾ ਟੋਰਾਂਟੋ ਉੱਥੋਂ ਤੁਸੀਂ ਲੈ ਸਕਦੇ ਹੋ। ਠੀਕ। ਅੱਛਾ, ਇੱਕ ਮੈਨੂੰ ਤੁਸੀਂ ਦੱਸਿਓ ਜੀ ਗੱਲ, ਇੱਕ ਸਵਾਲ ਹੈ ਕਿ ਸਿਟੀਜ਼ਨ ਹੈਗਾ ਇੱਥੇ ਬੰਦਾ ਪਰ ਜਾਂ ਪੀਆਰ ਹੈਗਾ, ਉਹਨੇ ਆਪਣੇ ਪੇਰੈਂਟਸ ਨੂੰ ਬੁਲਾਉਣਾ ਹੈਗਾ ਇਸ ਕੈਟਾਗਰੀ ਦੇ ਵਿੱਚ, ਇਸ ਜਿਹੜੀ ਅਨਾਉਂਸਮੈਂਟ ਨਵੀਂ ਹੋਈ ਹੈ, ਉਹਦਾ ਹੋਮ ਆਰਡਰ ਹੋਣਾ ਜ਼ਰੂਰੀ ਹੈ? ਨਹੀਂ, ਹੋਮ ਆਰਡਰ ਉਹ ਬੇਸ਼ੱਕ ਅਪਾਰਟਮੈਂਟ ਚਾਹੀਦਾ ਹੋਵੇ ਖੁਦ, ਨਹੀਂ, ਬੇਸਿਕਲੀ ਜਦੋਂ ਗਵਰਨਮੈਂਟ ਨੇ ਇਨਕਮ ਦੀ ਰਿਕੁਆਇਰਮੈਂਟ ਰੱਖੀ ਹੈ ਤਾਂ ਉਹਦਾ ਪਰਪਸ ਇਹ ਹੈ ਕਿ ਕੀ ਤੁਸੀਂ ਆਉਣ ਵਾਲੇ ਬੰਦੇ ਲਈ ਸਫੀਸ਼ੀਐਂਟ ਤੁਹਾਡੇ ਕੋਲ ਇਨਕਮ ਹੈਗੀ, ਕੀ ਤੁਸੀਂ ਉਹਨਾਂ ਨੂੰ ਮੇਨਟੇਨ ਕਰ ਸਕਦੇ ਹੋ, ਜੇ ਉਹਨਾਂ ਨੂੰ ਜ਼ਰੂਰਤ ਪਈ ਤੇ ਉਹ ਇਸੇ ਦੇ ਵਿੱਚ ਹੀ ਕਵਰ ਹੋ ਜਾਂਦਾ, ਜ਼ਰੂਰੀ ਨਹੀਂ ਤੁਹਾਡੇ ਕੋਲ ਘਰ ਹੋਵੇ ਜਾਂ ਨਾ ਹੋਵੇ। ਜਿਵੇਂ ਸੁਪਰ ਵੀਜ਼ਾ ਵਿੱਚ ਇੰਸ਼ੋਰੈਂਸ ਪਹਿਲਾਂ ਲੈਣੀ ਪੈਂਦੀ ਸੀ, ਇਹਦੇ ਵਿੱਚ ਵੀ ਕੋਈ ਇੰਸ਼ੋਰੈਂਸ ਦੀ ਸ਼ਰਤ ਹੈ? ਇੰਸ਼ੋਰੈਂਸ ਦੀ ਇਦਾਂ ਨਹੀਂ ਹੈਗੀ, ਜਦੋਂ ਪਰਮਨੈਂਟ ਰੈਜ਼ੀਡੈਂਟ ਤੁਸੀਂ ਆਪਣੇ ਪ੍ਰੋਵਿੰਸ ਟੂ ਪ੍ਰੋਵਿੰਸ ਡਿਪੈਂਡ ਕਰਦਾ। ਮੈਨੀਟੋਬਾ ਦੇ ਵਿੱਚ ਇੰਸ਼ੋਰੈਂਸ ਅੱਗੇ ਪਹਿਲਾਂ ਹੈਲਥ ਜਿਹੜੀ ਫੈਸਿਲਿਟੀਜ਼ ਹੁੰਦੀ ਹੈ ਰਾਈਟ ਵੇ ਮਿਲਣ ਲੱਗ ਜਾਂਦੀ ਸੀਗੀ ਪੀਆਰ ਨੂੰ, ਅੰਟੈਰੀਓ ਦੇ ਵਿੱਚ 2 ਮਹੀਨੇ ਲੱਗਦੇ ਆ, ਉਹ ਜਿਹੜਾ ਪੀਰੀਅਡ ਦੀ ਪ੍ਰੋਸੈਸਿੰਗ ਹੈ ਹੈਲਥ ਕਾਰਡ ਵਗੈਰਾ ਤੁਹਾਡੇ ਹੈਲਥ ਸਿਸਟਮ 'ਚ ਆਉਣ ਵਾਸਤੇ ਜਿਹੜਾ ਟਾਈਮ ਲੈਣਾ ਗਵਰਨਮੈਂਟ ਨੇ, ਫੋਰ ਐਗਜ਼ਾਮਪਲ ਕਿਸੇ ਪ੍ਰੋਵਿੰਸ ਸਟੱਡੀ ਡੇਜ਼ ਹੈ, 60 ਡੇਜ਼ ਹੈ, ਉਹ ਪਰਟੀਕੂਲਰ ਪੀਰੀਅਡ ਨੂੰ ਕਵਰ ਕਰਨ ਵਾਸਤੇ ਤੁਸੀਂ ਇੱਕ ਇੰਸ਼ੋਰੈਂਸ ਲੈ ਸਕਦੇ ਹੋ 30 ਡੇਜ਼ ਦੀ 40 ਡੇਜ਼। ਜਦੋਂ ਤੁਹਾਡਾ ਹੈਲਥ ਕਾਰਡ ਬਣ ਗਿਆ ਜਾਂ ਤੁਹਾਡੇ ਕੇਅਰ ਕਾਰਡ ਵਗੈਰਾ ਜਦੋਂ ਬਣ ਜਾਂਦੇ ਤੁਸੀਂ ਉਸ ਤੋਂ ਬਾਅਦ ਤੁਸੀਂ ਇੰਸ਼ੋਰੈਂਸ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਇੱਕ ਜਿਹੜੀ ਗੱਲ ਤੁਸੀਂ ਪਹਿਲਾਂ ਦੱਸੀ ਸੀ ਜਿਹੜੇ ਪੇਰੈਂਟਸ ਇੱਥੇ ਆਏ ਹੋਏ ਆ ਉਹ ਵੀ ਉਹਨਾਂ ਵਾਸਤੇ ਵੀ ਅਪਲਾਈ ਕੀਤਾ ਜਾ ਸਕਦਾ, ਇਹ ਗੱਲ ਮੇਰਾ ਖਿਆਲ ਬੜਾ ਧਿਆਨ ਰੱਖਣ ਦੀ ਲੋੜ ਹੈ ਜਦੋਂ ਐਪਲੀਕੇਸ਼ਨ ਭਰੀ ਜਾਵੇ ਕਿ ਮੇਰੇ ਪੇਰੈਂਟਸ ਇੱਥੇ ਆਲਰੇਡੀ ਹੈਗੇ ਆ, ਇੱਥੇ ਰਹਿੰਦੇ ਆ, ਜੇ ਗੱਲ ਕਿਤੇ ਭੁਲੇਖੇ ਨਾਲ ਤਨਸੀਲ ਹੋ ਜਾਏ ਜਾਂ ਓਵਰਲੋਕ ਕਰ ਜਾਂਦਾ ਬੰਦਾ, ਜਾਂ ਕਹਿ ਲਓ ਵੀ ਕਹਿਤਾ ਵੀ ਕੋਈ ਗੱਲ ਨਹੀਂ ਜਦੋਂ ਪੁੱਛਣਗੇ ਦੱਸ ਦਿਆਂਗੇ। ਨਹੀਂ, ਜਦੋਂ ਤੁਸੀਂ ਐਪਲੀਕੇਸ਼ਨ ਫਾਰਮ ਕਰੋਗੇ ਉਹਦੇ ਵਿੱਚ ਹੀ ਕਾਲਮ ਹੁੰਦਾ ਹੈ ਵੀ ਤੁਹਾਡੀ ਰੈਜ਼ੀਡੈਂਸੀ ਕਿੱਥੇ ਹੈ ਇਸ ਵੇਲੇ, ਤੁਸੀਂ ਉਦੋਂ ਕੈਨੇਡਾ ਹੀ ਦੱਸਣਾ। ਤੇ ਜੇ ਤੁਸੀਂ ਜਾਂ ਇੰਟੈਂਸ਼ਨਲੀ ਗਲਤੀ ਹੋਵੇ ਤਾਂ ਬਾਅਦ ਵਿੱਚ ਐਕਸਪਲੇਨ ਕੀਤੀ ਜਾ ਸਕਦੀ ਹੈ, ਮਤਲਬ ਨਹੀਂ ਕੀਤੀ ਜਾ ਸਕਦੀ, ਅਨਇੰਟੈਂਸ਼ਨਲੀ ਹੋਵੇ ਤਾਂ ਬਾਅਦ ਚ ਐਕਸਪਲੇਨ ਹੋ ਜੂਗੀ, ਪਰ ਇੰਟੈਂਸ਼ਨਲੀ ਕੋਈ ਪਰਪਸ ਹੋਊਗਾ ਫਿਰ ਉਹ ਚੀਜ਼ ਗਲਤ, ਫਿਰ ਮਿਸਰੈਪ੍ਰੈਜ਼ੈਂਟੇਸ਼ਨ ਦੇ ਵਿੱਚ ਆ ਜਾਏਗਾ। ਅੱਛਾ, ਇੱਕ ਤੁਹਾਡੀ ਗੱਲ ਤੋਂ ਹੁਣੇ ਮੈਨੂੰ ਇੱਕ ਨਵਾਂ ਸਵਾਲ ਉੱਪਰ ਹੈ
ਤੁਸੀਂ ਕਿਹਾ ਜਦੋਂ ਐਪਲੀਕੇਸ਼ਨ ਭਰਨੀ ਹੈ ਤਾਂ ਉਦੋਂ ਇਹ ਲਿਖਣੀ ਪਏਗੀ ਜੀ ਕਿ ਉਹ ਪੇਰੈਂਟਸ ਇੱਥੇ ਆ ਜਾਂ ਬੈਕ ਹੋਮ ਤੇ। ਜੀ ਐਪਲੀਕੇਸ਼ਨ ਤਾਂ ਭਰਨੀ ਆ ਜਿਹਨੇ ਸਪਾਂਸਰ ਕਰਨਾ, ਜਿਹਨੇ ਇਨਵਾਈਟ ਕਰਨਾ ਹੈਗਾ। ਨਹੀਂ, ਇੰਟਰਸਟ ਫਾਰਮ ਦੇ ਵਿੱਚ ਨਹੀਂ ਪੁੱਛਿਆ ਜਾਊਗਾ ਇਹ ਗੱਲ ਨਹੀਂ ਪੁੱਛਿਆ। ਜਦੋਂ ਤੁਸੀਂ ਤੁਹਾਡਾ ਡਰਾ ਆ ਗਿਆ ਉਦੋਂ ਐਪਲੀਕੇਸ਼ਨ। ਇੰਟਰਸਟ ਫਾਰਮ ਜਿਹੜਾ ਹੁਣ ਆਪਾਂ ਫਸਟ ਸਟੇਜ ਤੋਂ ਸ਼ੁਰੂ ਕਰੀਏ, ਇੰਟਰਸਟ ਫਾਰਮ ਦੇ ਵਿੱਚ ਕੀ ਪੁੱਛਦੇ ਤੁਹਾਨੂੰ, ਇਹਦਾ ਤਜਰਬਾ ਹੈਗਾ? ਓਕੇ, ਉਹਦੇ ਵਿੱਚ ਸਪਾਂਸਰ ਜਿਹੜਾ ਕੈਨੇਡਾ 'ਚ ਬੈਠਾ ਹੋਇਆ ਜੋ ਬੁਲਾ ਰਿਹਾ ਆਪਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ, ਉਹਦਾ ਨਾਮ ਬੇਸਿਕਲੀ ਉਹਦੀ ਇਨਫੋਰਮੇਸ਼ਨ ਸਾਰੀ ਹੋਣੀ, ਉਹਦਾ ਨਾਮ, ਐਡਰੈਸ, ਫੋਨ ਨੰਬਰ, ਈਮੇਲ ਆਈਡੀ, ਉਹਦੇ ਫੈਮਿਲੀ ਯੂਨਿਟ, ਕਿੰਨੇ ਪਰਿਵਾਰਕ ਮੈਂਬਰ ਜਿੰਨੇ ਜੀ ਹੈ, ਤੇ ਕੁਝ ਤੁਹਾਡੇ ਕੋਲੋਂ ਪੁੱਛਿਆ ਜਾਊਗਾ ਤੁਹਾਡੀ ਇਨਕਮ ਬਣਦੀ ਹੈ ਜਾਂ ਨਹੀਂ ਬਣਦੀ। ਉਸ ਤੋਂ ਬਾਅਦ ਤੁਹਾਨੂੰ ਕਿਹਾ ਜਾ ਸਕਦਾ ਤੁਸੀਂ ਆਪਣੀ ਪੀਆਰ ਕਾਰਡ ਦੀ ਕਾਪੀ ਅਪਲੋਡ ਕਰ ਦਿਓ। ਦੈਟਸ ਇਟ, ਉਸ ਤੋਂ ਬਾਅਦ ਸਬਮਿਟ ਹੋ ਜਾਏਗੀ। ਹੋਰ ਕੋਈ ਚੀਜ਼ ਦੀ ਲੋੜ ਨਹੀਂ। ਬਾਅਦ ਵਿੱਚ ਜਦੋਂ ਤੁਹਾਨੂੰ ਇਨਵੀਟੇਸ਼ਨ ਆ ਜਾਂਦਾ ਕਿ ਤੁਸੀਂ ਫੁੱਲ ਐਪਲੀਕੇਸ਼ਨ ਜਿਹੜੀ ਆ ਤੁਸੀਂ ਫਾਈਲ ਕਰੋ, ਉਹਦੇ ਵਿੱਚ ਕੋਈ ਤੁਹਾਡੀ ਜੌਬ ਬਾਰੇ ਗੱਲ ਵੀ ਹੋਊਗੀ ਕਿ ਜੌਬ ਤੁਸੀਂ ਕਿੱਥੇ ਕਰਦੇ ਹੋ ਤੇ ਉਹਦੇ ਪ੍ਰੂਫ ਦੇਵੋ। ਪ੍ਰੂਫ ਅਲਟੀਮੇਟਲੀ ਨਹੀਂ ਮੰਗਦੇ ਕਿਉਂਕਿ ਜਿਹੜਾ 1344 ਐਪਲੀਕੇਸ਼ਨ ਟੂ ਸਪਾਂਸਰਸ਼ਿਪ ਪ੍ਰੋਗਰਾਮ ਫਾਰਮ ਹੈਗਾ ਉਹਦੇ ਵਿੱਚ ਵਰਕ ਹਿਸਟਰੀ ਚਲੇ ਜਾਂਦੀ ਤੁਹਾਡੀ। ਅੱਛਾ, ਤੁਸੀਂ ਵਰਕ ਹਿਸਟਰੀ ਮੈਂਸ਼ਨ ਕਰ ਇਹ ਕਿੰਨੇ ਚਿਰ ਦੀ ਵਰਕ ਹਿਸਟਰੀ ਹੁੰਦੀ? 5 ਇਅਰਸ ਕਵਰ ਕਰਦੇ ਹੋ। 5 ਇਅਰ 5 ਇਅਰ ਤੁਹਾਡਾ ਰੈਜ਼ੀਡੈਂਸ਼ੀਅਲ ਹਿਸਟਰੀ ਚਾਹੀਦੀ ਹੈ ਤੇ 5 ਇਅਰ ਤੁਹਾਡੀ ਇੰਪਲੋਇਮੈਂਟ ਹਿਸਟਰੀ ਮਤਲਬ ਫਾਰਮ ਦੇ ਵਿੱਚ ਭਰਨ ਵਾਸਤੇ। ਹਾਂ, ਫਾਰਮ ਚ ਭਰਨ ਕਵਰ ਕਰਦੇ ਜੀ। ਠੀਕ ਹੈ। ਤੇ ਬਾਕੀ ਉਸ ਤੋਂ ਬਾਅਦ ਸਪਾਂਸਰ ਦੇ ਤਾਂ ਬੇਸਿਕਲੀ ਡਾਕੂਮੈਂਟਸ, ਮੈਰਿਜ ਸਰਟੀਫਿਕੇਟ ਹੋਇਆ, ਜੇ ਉਹਦੀ ਵਾਈਫ ਨਾਲ ਕੋ ਸਾਈਨ ਕਰ ਰਹੀ ਹੈ ਉਹਦੇ ਮੈਰਿਜ ਸਰਟੀਫਿਕੇਟ ਹੋ ਸਕਦਾ, ਉਹਦੇ ਨਾਲ ਉਹਦੀ ਪੀਆਰ ਦੀ ਕਾਪੀ, ਪਲੱਸ ਉਹਨਾਂ ਦੇ ਰਿਲੇਸ਼ਨਸ਼ਿਪ ਪ੍ਰੂਫ ਪੇਰੈਂਟਸ ਨਾਲ, ਪਲੱਸ ਪੇਰੈਂਟਸ ਲਈ ਪੁਲਿਸ ਕਲੀਅਰੈਂਸ ਤੁਹਾਡੀ। ਇੱਕ ਹੋਰ ਗੱਲਾਂ ਚ ਤੁਹਾਡੀ ਗੱਲਾਂ ਚ ਮੇਰੇ ਸਵਾਲ ਬਣੀ ਜਾਂਦੇ ਆ। ਹਸਬੰਡ ਵਾਈਫ ਦੋਨੋਂ ਹੀ ਜੀ ਆਪਣੇ ਪੇਰੈਂਟਸ ਨੂੰ, ਯਾਨੀ ਜਿਹੜੇ ਹਸਬੰਡ ਦੇ ਪੇਰੈਂਟਸ ਨੂੰ ਸੱਦਣਾ ਚਾਹੁੰਦੇ, ਬੱਚਿਆਂ ਦੇ ਦਾਦਾ ਦਾਦੀ, ਉਹ ਦੋਨਾਂ ਦੀ ਇਨਕਮ ਕੰਬਾਈਨ ਹੋ ਜਾਏਗੀ। ਇਹਦਾ ਫਾਇਦਾ ਹੋ ਜਾਏਗਾ। ਹਾਂਜੀ, ਜੇ ਮੇਰੀ ਵਾਈਫ ਦੀ ਇਨਕਮ ਫੋਰ ਐਗਜ਼ਾਮਪਲ 25000 ਹੈ, ਮੈਨੂੰ ਚਾਹੀਦੀ 60000 ਹੈ, ਮੇਰੀ 35 ਆਉਂਦੀ ਹੈ ਤੇ ਵੀ ਕੈਨ ਕੰਬਾਈਨ ਬੋਥ। ਪਰ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਜੇ ਹਸਬੰਡ ਦੇ ਪੇਰੈਂਟਸ ਸੱਦਣਾ ਵਾ ਤੇ ਵਾਈਫ ਦਾ ਨਾਮ ਪਾਉਣ ਦੀ ਲੋੜ ਨਹੀਂ, ਕੋਈ ਤਵੀ ਮਤਲਬ ਜਾਂ ਇਹ ਡਰਨ ਦੀ ਲੋੜ ਨਹੀਂ ਕਿ ਹਸਬੰਡ ਦੀ ਇਨਕਮ ਕੱਲਿਆਂ ਦੀ ਥੋੜੀ ਹੈਗੀ ਆ। ਹਸਬੰਡ ਵਾਈਫ ਦੀ ਫੈਮਿਲੀ ਇਨਕਮ ਜਿਹੜੀ ਹੈ, ਹਸਬੰਡ ਤੇ ਵਾਈਫ ਦੋਵੇਂ ਇੱਕ ਦੂਜੇ ਨੂੰ ਕੋ-ਸਾਈਨ ਕਰ ਸਕਦੇ, ਕੋ-ਸਾਈਨ ਕਰ ਸਕਦੇ, ਉਹਨਾਂ ਦੇ ਪੇਰੈਂਟਸ ਲਈ, ਉਹਨਾਂ ਦੇ ਦੋਨਾਂ ਦੇ ਪੇਰੈਂਟਸ ਨੂੰ ਵੀ ਕੀਤਾ ਜਾ ਸਕਦਾ। ਠੀਕ ਹੈ, ਠੀਕ ਹੈ। ਇਨਕਮ ਚੰਗੀ ਚੌਖੀ ਹੋਵੇ ਤੇ ਦੋਨਾਂ ਦੇ ਪੇਰੈਂਟਸ ਨੂੰ ਇਕੱਠੇ ਸੱਦ ਲਓ। ਹਾਂਜੀ, ਤੁਸੀਂ ਕਰ ਸਕਦੇ ਹੋ। ਵਾਈਫ ਆਪਣੇ ਪੇਰੈਂਟਸ ਸਪਾਂਸਰ ਕਰਦੇ ਹਸਬੰਡ ਤੋਂ, ਜੇ ਤੁਹਾਡੀ ਇਨਕਮ ਮੋਰ ਦੈਨ ਉਹ ਕ੍ਰਾਈਟੇਰੀਆ ਤੁਸੀਂ ਮੀਟ ਕਰਦੇ ਹੋ ਉਹਨੇ ਬੰਦਿਆਂ ਦੀ, ਤੁਸੀਂ ਦੋਵਾਂ ਨੂੰ ਬੁਲਾ ਸਕਦੇ। ਇਹ ਵੀ ਹੋ ਸਕਦਾ ਕਿ ਐਪਲੀਕੇਸ਼ਨ ਜਿਹੜੀ ਜੁਆਇੰਟ ਸਾਈਨ ਕੀਤੀ ਜਾਵੇ ਹਸਬੰਡ ਵਾਈਫ ਵੱਲੋਂ, ਪਹਿਲਾਂ ਹਸਬੰਡ ਦੇ ਪੇਰੈਂਟਸ ਲਈ ਕਰਦੇ ਹੋ ਹਾਂਜੀ, ਇੰਟਰਸਟ ਆ ਜਿਹੜਾ ਫਿਰ ਦੋ ਇੰਟਰਸਟ ਜਾਣਗੇ, ਦੋ ਇੰਟਰਸਟ ਪਹਿਲਾਂ ਉਹਦੇ ਚ ਫੋਰ ਐਗਜ਼ਾਮਪਲ ਉਹਨਾਂ ਦੀ ਵਾਈਫ ਸਪਾਂਸਰ ਹੋਏਗੀ ਕਿਸੇ ਵੀ ਇੱਥੇ ਸਪਾਂਸਰ ਦੀ, ਜੇ ਆਪਣੇ ਪੇਰੈਂਟਸ ਲਈ ਕਰ ਰਿਹਾ ਤਾਂ ਖੁਦ ਸਪਾਂਸਰ ਹੋਏਗਾ। ਕਿ ਬੱਚਿਆਂ ਦੀ ਇਨਕਮ, ਬੱਚਿਆਂ ਦੀ ਜਿਹੜੀ ਹੈਗੀ ਆ ਇੱਕ ਫੈਮਿਲੀ ਯੂਨਿਟ ਦੇ ਵਿੱਚ ਗਿਣਤੀ ਦੀ ਗੱਲ ਹੁੰਦੀ ਆ ਤੇ ਬੱਚਿਆਂ ਨੂੰ ਗਵਰਨਮੈਂਟ ਕੋਈ ਸਪੋਰਟ ਵੀ ਕਰਦੀ ਹੈ ਬੱਚਿਆਂ ਵਾਸਤੇ, ਪੇਰੈਂਟਸ ਨੂੰ, ਉਹ ਵੀ ਇਨਕਮ ਵਿੱਚ ਕਾਊਂਟ ਹੋ ਜਾਂਦਾ ਹੈ। ਹਾਂਜੀ, ਜੋ ਵੀ ਇਨਕਮ ਟੈਕਸੇਬਲ ਹੈ ਤੁਹਾਡੇ ਨੋਟਿਸ ਆਫ ਅਸੈਸਮੈਂਟ ਤੇ ਲਾਈਨ 150 ਤੇ ਉਹ ਤਾਂ ਚਾਈਲਡ ਟੈਕਸ ਬੈਨੀਫਿਟ ਦੀ ਗੱਲ ਮੈਂ ਕਰਦਾ, ਉਹ ਤਾਂ ਟੈਕਸੇਬਲ ਨਹੀਂ ਹੁੰਦਾ। ਇਹਦੇ ਵਿੱਚ ਨੋਟਿਸ ਆਫ ਅਸੈਸਮੈਂਟ ਨੂੰ ਤੇ ਆਪਾਂ ਰਿਲਾਈ ਕਰਦੇ, ਉਹਦਾ ਅਨਪਲੋਇਮੈਂਟ ਇਨਕਮ। ਹਾਂਜੀ, ਉਹਦੇ ਤੇ ਜਿਹੜੀ 150 ਲਾਈਨ ਤੇ ਇਨਕਮ ਹੈ ਉਹ ਤੁਹਾਡੀ ਟੈਕਸੇਬਲ ਇਨਕਮ ਹੈ, ਉਹ ਹੀ ਟੈਕਸੇਬਲ ਇਨਕਮ। ਠੀਕ ਹੈ, ਉਹ ਤੁਸੀਂ ਉਹਦੇ ਤੇ ਤੁਸੀਂ 150 ਲਾਈਨ ਤੇ ਦੇਖੋ ਜੇ ਤੁਹਾਡੀ ਇਨਕਮ ਬਣ। ਮਤਲਬ ਕਈ ਵਾਰ ਇਦਾਂ ਹੁੰਦਾ ਨਾ ਜੀ, ਸਾਡੇ ਮੌਰਗੇਜ ਦੇ ਵਿੱਚ ਹੈਗਾ ਕਿ ਜਿਹੜੇ ਚਾਈਲਡ ਟੈਕਸ ਬੈਨੀਫਿਟ ਮਿਲਦਾ ਲੋਕਾਂ ਨੂੰ ਉਹਦੇ ਬੱਚਿਆਂ ਦੀ ਟੇਕ ਕੇਅਰ ਕਰਨ ਵਾਸਤੇ, ਅਸੀਂ ਉਹਨਾਂ ਨੂੰ ਉਹ ਇਨਕਮ ਵਿੱਚ ਗਿਣ ਲੈਂਦੇ ਆ ਵੀ ਇਹਨਾਂ ਨੇ ਕਿਉਂਕਿ ਘਰ 'ਚ ਰਹਿਣਾ ਹੈਗਾ ਤੇ ਬੱਚਿਆਂ ਦੀ ਇਨਕਮ ਜਿਹੜੀ ਆ ਉਹ 400-500 $450 ਹੁੰਦਾ, ਉਹ ਇਨਕਮ 'ਚ ਪਾ ਲੈਂਦੇ। ਮੇਰਾ ਸਵਾਲ ਤਾਂ ਬਣਿਆ ਸੀਗਾ ਵੀ ਬੱਚਿਆਂ ਦੇ ਉਹ ਇਨਕਮ ਕ੍ਰਾਈਟੇਰੀਆ ਫਿਕਸ ਜਿਹੜਾ ਹੁੰਦਾ ਤਾਂ ਬੱਚਿਆਂ ਦੀ ਗਿਣਤੀ ਵਿੱਚ ਕਰ ਲਈ ਜਾਂਦੀ, ਜੇ ਬੱਚਿਆਂ ਨੂੰ ਕੋਈ ਬੈਨੀਫਿਟ ਮਿਲਦੇ ਹੈਗੇ ਆ ਤੇ ਉਹ ਇਨਕਮ ਟ੍ਰੀਟ ਕੀਤੀ ਜਾ ਸਕਦੀ ਕਿ ਨਹੀਂ ਕੀਤੀ ਜਾ ਸਕਦੀ। ਉਹ ਤੁਸੀਂ ਜਵਾਬ ਦੇ ਦਿੱਤਾ ਮੈਨੂੰ ਹੁਣ ਕਿ ਇਮੀਗ੍ਰੇਸ਼ਨ ਕੈਨੇਡਾ ਜ਼ਿਆਦਾ ਕੈਨੇਡਾ ਰੈਵਨਿਊ ਡਾਕੂਮੈਂਟਸ ਤੇ ਰਿਲਾਈ ਕਰਦੇ ਆ ਜੋ ਉਹ ਜਿਹੜਾ ਨਹੀਂ ਚਾਈਲਡ ਟੈਕਸ ਬੈਨੀਫਿਟ ਵੀ ਉਹੀ ਦਿੰਦੇ, ਪਰ ਲਾਈਨ 150 ਵਿੱਚ ਉਹ ਇਨਕਮ ਇਨਕਲੂਡ ਨਹੀਂ ਹੁੰਦੇ। ਹਾਂਜੀ, ਲਾਈਨ 150 ਦੇ ਵਿੱਚ ਤੁਹਾਡੀ ਜਿਹੜੀ ਬਿਜ਼ਨਸ ਦੀ ਇਨਕਮ ਜਾਂ ਤੁਹਾਡੀ ਇੰਪਲੋਇਮੈਂਟ ਇਨਕਮ, ਸਿਰਫ 150 ਦੀ ਲਾਈਨ ਕੰਸੀਡਰ ਹੁੰਦੀ ਹੈ। ਠੀਕ ਹੈ, ਕਈ ਇਦਾਂ ਦੇ ਸਵਾਲ ਲੋਕੀ ਸਾਨੂੰ ਪੁੱਛਦੇ, ਫਿਰ ਤਾਂ ਨਹੀਂ ਅਸੀਂ ਤੁਹਾਡੇ ਕੋਲ ਪੁੱਛ ਲਈਦੇ ਵੀ ਤੁਸੀਂ ਪ੍ਰੋਫੈਸ਼ਨਲ ਹੈਗੇ ਹੋ, ਅਸੀਂ ਜਵਾਬ ਦੇ ਨਹੀਂ ਸਕਦੇ ਸਿੱਧੇ, ਤੇ ਤੁਹਾਡੇ ਕੋਲ ਜਾਣਕਾਰੀ ਜ਼ਿਆਦਾ ਹੁੰਦੀ ਹੈ ਤੇ ਤੁਸੀਂ ਉਹਦੇ ਲਈ ਸਟੱਡੀ ਵੀ ਕਰਦੇ ਹੋ, ਇੰਟਰਚ ਰਹਿੰਦੇ ਹੋ, ਜਿਹੜੇ ਗਵਰਨਮੈਂਟ ਦੀਆਂ ਗਾਈਡਲਾਈਨਸ ਹੈਗੀਆਂ ਤੁਹਾਨੂੰ ਪਤਾ ਲੱਗਦੀਆਂ ਰਹਿੰਦੀਆਂ, ਤਾਂ ਕਰਕੇ ਅਸੀਂ ਤੁਹਾਡੀ
ਜਿਹੜੀ ਆ ਉਹ ਸਰਵਿਸ ਜਿਹੜੀਆਂ ਉਹ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਨਹੀਂ ਹੈਗੇ। ਬੜਾ ਫਾਇਦਾ ਹੋਊਗਾ ਜੀ ਲੋਕਾਂ ਨੂੰ, ਬੜੇ ਲੋਕਾਂ ਦੇ ਮਿਸਕਨਸੈਪਸ਼ਨ ਕਈ ਮਿਸਇੰਟਰਪ੍ਰੀਟੇਸ਼ਨ ਵੀ ਹੋ ਜਾਂਦੀ ਹੈ, ਮਿਸਕਨਸੈਪਸ਼ਨ ਹੋ ਜਾਂਦੀ ਹੈ। ਕਈ ਵਾਰੀ ਆਪਾਂ ਪੜ੍ਹਦੇ ਕੁਛ ਹੋਰ ਆ, ਸਮਝਦੇ ਕੁਛ ਹੋਰ ਆ, ਬਟ ਕਈ ਚੀਜ਼ਾਂ ਇਸ ਧਿਆਨ ਦੇਣ ਵਾਲੀਆਂ। ਬਟ ਜੋ ਬੇਸਿਕ ਹੈ ਫਿਲਹਾਲ ਜਿਵੇਂ ਅੱਗੇ ਸੀ 2018 ਸੀਗਾ ਉਹ ਸੇਮ ਰਿਪੀਟ ਕੀਤਾ ਗਵਰਨਮੈਂਟ ਨੇ, ਬਟ ਇਹ ਚੰਗਾ ਇਨੀਸ਼ੀਏਟਿਵ ਹੈ। ਚਲੋ ਐਟਲੀਸਟ ਹਰ ਬੰਦੇ ਨੂੰ ਪੂਰਾ ਮੌਕਾ ਮਿਲੂਗਾ। ਇੱਕ ਸਵਾਲ ਸ਼ਾਇਦ ਤੁਹਾਨੂੰ ਚੰਗਾ ਨਾ ਲੱਗੇ, ਕਈ ਵਾਰੀ ਲੋਕੀ ਬੜੇ ਸਿਆਣੇ ਬੰਦੇ ਜੀ ਮੇਰੇ ਵਰਗਾ ਕਹਿੰਦਾ ਮੈਂ ਆਪੇ ਭਰ ਲਵਾਂ ਜੀ, ਠੀਕ ਹੈ ਜੀ, ਆਪੇ ਭਰਨੀ ਜਾਇਜ਼ ਹੈ ਜਾਂ ਪ੍ਰੋਫੈਸ਼ਨਲ ਨੂੰ ਕੰਸਲਟ ਕਰਨਾ ਚਾਹੀਦਾ? ਜੇ ਤੁਸੀਂ ਤੁਹਾਨੂੰ ਸਮਝ ਹੈਗੀ ਹੈ ਪੂਰੀ, ਤੁਹਾਨੂੰ ਪਤਾ ਵੀ ਮੈਂ ਗਲਤੀ ਨਹੀਂ ਕਰਦਾ, ਜੇ ਤੁਹਾਡੇ ਕੋਲ ਪ੍ਰੋਪਰ ਟਾਈਮ ਹੈ, ਤੁਸੀਂ ਟਾਈਮ ਸਪੈਂਡ ਕਰ ਸਕਦੇ ਹੋ ਉਸ ਚੀਜ਼ ਦੇ ਉੱਤੇ, ਇੱਕ ਚੀਜ਼ ਨੂੰ ਵੈਲਿਡੇਟ ਕਰ ਸਕਦੇ ਹੋ, ਤੁਸੀਂ ਆਪ ਕਰੋ। ਦੇਰ ਨਥਿੰਗ ਐਨੀ ਰਿਕੁਆਇਰਮੈਂਟ ਕਿ ਤੁਸੀਂ ਕਿਸੇ ਕੋਲ ਜਾਓ, ਜੋ ਵੀ ਤੁਸੀਂ ਕੰਮ ਆਪ ਕਰ ਸਕਦੇ ਕਰ ਲਓ। ਪਰ ਜੇ ਤੁਹਾਨੂੰ ਜਾਣਕਾਰੀ ਨਹੀਂ ਹੈਗੀ ਜਾਂ ਅਧੂਰੀ ਜਾਣਕਾਰੀ ਹੈ ਜਾਂ ਤੁਸੀਂ ਗਲਤ ਜਾਣਕਾਰੀ ਫੇਲ ਕਰਦੇ, ਉਹਦੇ ਫਿਰ ਅੱਗੇ ਕਨਸੀਕੁਐਂਸਸ ਥੋੜੇ ਖਰਾਬ ਹੋ ਜਾਂਦੇ। ਇਸ ਕਰਕੇ ਅਸੀਂ ਨਹੀਂ ਕਹਿੰਦੇ ਵੀ ਅਸੀਂ ਬਹੁਤ ਐਡਵਾਂਸ ਹੈ, ਬਟ ਇੱਕੋ ਕੰਮ ਅਸੀਂ ਰੋਜ਼ ਕਰਦੇ ਹਾਂ। ਨਹੀਂ ਰੋਜ਼ ਕੰਮ ਕਰਦੇ, ਤੁਹਾਨੂੰ ਰਿਪੀਟ ਹੋ ਰਿਹਾ ਰਿਪੀਟੇਟਿਵ ਟਾਸਕ ਹੁੰਦੇ ਆ, ਫਿਰ ਉਹ ਕੋਸ਼ਿਸ਼ ਗੁੰਜਾਇਸ਼ ਗਲਤੀ ਦੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਜਦੋਂ ਕਿਤੇ ਇਦਾਂ ਦੀ ਗਲਤ ਇਨਫੋਰਮੇਸ਼ਨ ਜਾਂ ਜਿਹੜੀ ਇਨਫੋਰਮੇਸ਼ਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਲੱਗਾ ਕਿ ਤੁਸੀਂ ਠੀਕ ਨਹੀਂ ਦੇ ਰਹੇ, ਉਹਨੂੰ ਰੈਕਟੀਫਾਈ ਕਰਨ ਦੇ ਚਾਂਸਸ ਹੈ? ਜੇ ਤਾਂ ਤੁਹਾਨੂੰ ਪਹਿਲਾਂ ਪਤਾ ਲੱਗ ਗਿਆ ਕਿ ਕਿਤੇ ਗਲਤ ਇਨਫੋਰਮੇਸ਼ਨ ਚਲੀ ਗਈ ਹੈ, ਤੇ ਤੁਸੀਂ ਰਾਈਟ ਵੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਸਕਦੇ ਹੋ, ਆਪਣਾ ਡਾਕੂਮੈਂਟ ਅਪਡੇਟ ਕਰ ਸਕਦੇ ਹੋ ਦੁਬਾਰਾ ਕਿਤੇ ਵਿਦਨ ਇਸੇ ਟਾਈਮ ਜਿਹੜਾ 3 ਨਵੰਬਰ ਤੱਕ ਹੈਗਾ। ਹਾਂ ਉਸ ਤੋਂ ਬਾਅਦ ਨਹੀਂ। ਜੇ ਤੁਹਾਨੂੰ ਇਨਵੀਟੇਸ਼ਨ ਆਉਂਦਾ ਤੁਸੀਂ ਡਿਕਲਾਈਨ ਕਰ ਸਕਦੇ ਹੋ ਵੀ ਮੇਰੀ ਇਨਕਮ ਨਹੀਂ ਸੀ, ਮੈਂ ਅਪਲਾਈ ਕਰਤਾ। ਅੱਛਾ ਨਾ ਤੁਸੀਂ ਉਹਦੇ ਤੇ ਐਪਲੀਕੇਸ਼ਨ ਨਾ ਲਗਾਓ ਨਾ, ਫਿਰ ਕਿਉਂਕਿ ਕੰਪਲੀਟ ਐਪਲੀਕੇਸ਼ਨ ਸੀ ਜਾਣਗੇ ਉਹਨਾਂ ਕੋਲ, ਜੇ ਘਟ ਗਈਆਂ 3000 4000 ਜੇ ਘਟ ਗਈਆਂ ਤਾਂ ਦੁਬਾਰਾ ਡਰਾ ਕਰ ਲੈਣਗੇ। ਉਹੀ ਗੱਲ ਨਾ ਕਿ ਕਈ ਵਾਰੀ ਸਾਡੇ ਜਿਹੜੇ ਸੈਲਫ ਇੰਪਲੋਇਡ ਹੈ, ਬਿਜ਼ਨਸ ਪਰ ਸੈਲਫ, ਟਰਕਿੰਗ ਇੰਡਸਟਰੀ 'ਚ ਹੈ, ਟੈਕਸੀ ਇੰਡਸਟਰੀ 'ਚ ਹੈ, ਇਹਨਾਂ ਦੀ ਇਨਕਮ ਗ੍ਰੋਸ ਜ਼ਿਆਦਾ ਹੁੰਦੀ ਹੈ। ਗ੍ਰੋਸ ਇਨਕਮ ਮੰਨ ਲਓ ਜੀ ਉਹਨਾਂ ਦੀ 120,000 ਹੈ, ਬਟ ਉਹ ਆਪਣੀ ਘੱਟ ਹੋ ਜਾਂਦੀ ਹੈ। ਪਰ ਜਦੋਂ ਉਹ ਉਹਨਾਂ ਟੈਕਸ ਫਾਈਲ ਕੀਤੇ ਹੁੰਦੇ ਉੱਥੇ ਉਹ ਬਹੁਤ ਸਾਰੇ ਖਰਚੇ ਪੈਂਦੇ ਆ, ਜਾਇਜ਼ ਖਰਚੇ ਹੁੰਦੇ ਆ, ਉਹ ਪਾਉਣੇ ਪੈਂਦੇ, ਪਾਉਣੇ ਚਾਹੀਦੇ ਵੀ ਆ। ਉਦੋਂ ਇਨਕਮ ਉਹਨਾਂ ਦੀ ਘਟ ਕੇ ਜਿਹੜੀ ਆ ਉਹ 45,000 50,000 ਮੰਨ ਲਓ ਰਹਿ ਜਵੇ, ਉਹਨੂੰ ਲੱਗੇ ਬਾਅਦ ਵਿੱਚ ਤੁਹਾਡੇ ਕੋਲੋਂ ਮੇਰੇ ਕੋਲ ਕਿਸੇ ਹੋਰ ਨੂੰ ਪੁੱਛਦਾ ਜੀ ਮੈਂ ਤਾਂ 1,20,000 ਕਮਾਉਂਦਾ ਸੀਗਾ ਤੇ ਮੇਰੇ ਕੋਲ ਤਾਂ ਪ੍ਰੂਫ ਹੈਗਾ, ਮੇਰੇ ਕੋਲ ਤਾਂ ਇਨਵੌਇਸਿਸ ਹੈਗੇ ਸਾਰੀਆਂ, ਮੇਰੇ ਅਕਾਊਂਟ 'ਚ ਸਾਰੇ ਪੈਸੇ ਹੈਗੇ। ਉਹ ਸ਼ਾਇਦ ਭੁਲੇਖਾ ਖਾ ਗਿਆ ਕਿ ਉਹ ਨੋਟਿਸ ਆਫ ਅਸੈਸਮੈਂਟ ਦੀ ਲਾਈਨ 150 ਵਾਲੀ ਇਨਕਮ ਜਿਹੜੀ ਆ ਅਸਲ 'ਚ ਉਹਨੂੰ ਕੰਸੀਡਰ ਕਰਨੀ ਆ ਇਮੀਗ੍ਰੇਸ਼ਨ ਡਿਪਾਰਟਮੈਂਟ, ਉਹੀ ਲਿਖਣੀ ਚਾਹੀਦੀ ਸੀ। ਬੜੇ ਬਿਜ਼ਨਸ ਇੱਥੇ ਜੀ ਜਿਹਨਾਂ ਦੀ ਗ੍ਰੋਸ $500,000 ਦੇ ਆਸ-ਪਾਸ ਬਹੁਤ ਮਿਲ ਜਾਂਦੀ ਹੈ, ਬਟ ਐਟ ਦਾ ਐਂਡ ਆਫ ਦ ਡੇ EMPLOYEES ਹੈ, ਖਰਚੇ ਆ, ਰੈਂਟ ਹੈ, ਉਹ ਨਿਕਲ ਕੇ ਜੋ ਨੈਟ ਬਚਦਾ ਹੈ, ਜੋ ਤੁਹਾਡੀ ਪਰਸਨਲ ਇਨਕਮ ਹੈ। ਪਰਸਨਲ ਇੱਕ ਚੀਜ਼ ਬੜੀ ਜ਼ਰੂਰੀ ਹੈ, ਬੜੇ ਲੋਕ ਦਾ ਕੁਐਸਚਨ ਹੈ ਜੀ ਮੇਰੀ ਬਿਜ਼ਨਸ ਦੀ ਵੀ ਇਨਕਮ ਹੈਗੀ ਆ, ਬਿਜ਼ਨਸ ਇਨਕਮ ਕੰਸੀਡਰ ਨਹੀਂ, ਇੰਡੀਵਿਜੂਅਲ ਇਨਕਮ ਜੋ ਤੁਹਾਡੀ ਪਰਸਨਲ ਇਨਕਮ ਹੈ, ਜੋ ਤੁਸੀਂ ਘਰ ਲੈ ਕੇ ਜਾਂਦੇ ਹੋ। ਹੁਣ ਫਾਰ ਐਗਜ਼ਾਮਪਲ ਜੀ ਤੁਸੀਂ ਮੈਂ ਬਿਜ਼ਨਸ ਕਰਦੇ ਹਾਂ ਜੀ, ਸਾਡੇ ਬਿਜ਼ਨਸ ਇਨਕਮ ਡਿਫਰੈਂਟ ਹੈਗੀ ਆ, ਪਰ ਸਾਡੀ ਪਰਸਨਲ ਇਨਕਮ ਜਿਹੜੀ ਹੈ ਇਹ ਪ੍ਰੋਗਰਾਮ ਰਿਲਾਈ ਕਰਦਾ ਪਰਸਨਲ ਇਨਕਮ। ਹਾਂਜੀ ਹਾਂਜੀ, ਪਰਸਨਲ ਇਨਕਮ ਜਿਹੜੀ ਹੈ ਯੂਜ਼ ਹੋਣੀ। ਅੱਛਾ ਜੀ, ਹੁਣ ਮੈਂ ਲਾਸਟ ਵਿੱਚ ਤੁਹਾਨੂੰ 2 ਮਿੰਟ ਲਈ ਪੁੱਛਣਾ, ਮੈਂ ਜਾਂ ਹੋਰ ਕੋਈ ਬੰਦਾ ਕਹਿੰਦਾ ਜੀ ਰਮਨ ਸੂਦ ਹੋਰੀ ਪੁਰਾਣੇ ਸਾਡੇ ਸ਼ਹਿਰ ਦੇ ਵਿੱਚ ਕੰਸਲਟੈਂਟ ਹੈਗੇ ਆ, ਬੜੇ ਵਧੀਆ ਹੈਗੇ ਆ, ਤੇ ਉਹਨਾਂ ਕੋਲੋਂ ਇਹਦੀ ਇਨਫੋਰਮੇਸ਼ਨ ਲਈ ਜਾ ਸਕਦੀ ਜੀ। ਹੁਣ ਇਨਫੋਰਮੇਸ਼ਨ ਕਈ ਵਾਰੀ ਸਿਰਫ ਅਗਲਾ ਪੁੱਛਦਾ ਹੀ ਹੈ ਜੀ, ਉਹ ਪੂਰੀ ਕੰਸਲਟੇਸ਼ਨ ਉਸ ਤਰੀਕੇ ਨਾਲ ਤੁਹਾਡੀ ਸਰਵਿਸਿਜ਼ ਨਹੀਂ ਲੈਂਦਾ, ਸਿਰਫ ਸਲਾਹ ਹੀ ਲੈਂਦਾ। ਇਦਾਂ ਦੀ ਸਹੂਲਤ ਤੁਹਾਡੇ ਕੋਲ? ਉਹਦੇ ਲਈ ਅਸੀਂ ਇੱਕ ਈਮੇਲ ਹੈਲਪਲਾਈਨ ਹੈਗੀ ਸਾਡੀ info@rainbowimmigration.ca, ਤੁਸੀਂ ਈਮੇਲ ਕਰ ਸਕਦੇ ਸਾਨੂੰ, ਤੇ ਉਸ ਈਮੇਲ ਦੇ ਵਿੱਚ ਸਾਡੇ ਡਾਕੂਮੈਂਟਸ ਇੱਕ ਬੇਸਿਕ ਜਾਣਕਾਰੀ ਦੇ ਬਣਾਏ ਹੋਏ ਆ, ਅਸੀਂ ਉਹ PDF ਨਾਲ ਦੇ ਨਾਲ ਰਿਪਲਾਈ ਕਰ ਦਿੰਦੇ ਹਾਂ, ਉਹ ਤੁਸੀਂ ਪੜ੍ਹ ਸਕਦੇ ਹੋ ਘਰੇ, ਤੁਹਾਨੂੰ ਜਾਣਕਾਰੀ ਮੁੱਢਲੀ ਮਿਲ ਜੂਗੀ। ਜੇ ਫਰਦਰ ਤੁਹਾਨੂੰ ਲੋੜ ਹੈਗੀ ਹੈ ਤੁਸੀਂ ਅਪਾਇੰਟਮੈਂਟ ਬਣਾ ਕੇ ਆਫਿਸ ਆ ਜਾਓ। ਅਪਾਇੰਟਮੈਂਟ ਦੀ ਤੁਸੀਂ ਗੱਲ ਕੀਤੀ, ਤੁਸੀਂ ਤਾਂ ਆਫਿਸ ਕਿਸੇ ਹੋਰ ਜਗ੍ਹਾ ਲੈ ਗਏ, ਉਹ ਨਵੀਂ ਜਗ੍ਹਾ ਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ। ਸਾਰੇ ਕਿਤੇ ਅਪਡੇਟਡ ਹੈ ਜੀ, ਕਾਫੀ ਬਿਜ਼ੀ ਹੁੰਦਾ ਹੁਣ ਵੀ, ਤਕਰੀਬਨ ਪਤਾ ਲੱਗ ਹੀ ਗਿਆ। ਜੇ ਕਿਸੇ ਨੂੰ ਨਹੀਂ ਵੀ ਪਤਾ ਮੈਂ ਦੱਸ ਦਿੰਦਾ, ਯੂਨਿਟ 115 1730 ਲੀਲਾ ਐਵਨਿਊ ਤੇ ਸਾਡਾ ਨਵਾਂ ਆਫਿਸ ਹੈਗਾ। ਠੀਕ ਹੈ, ਫੋਨ ਨੰਬਰ ਸੇਮ, ਈਮੇਲ ਸੇਮ, ਫੋਨ ਨੰਬਰ ਸੇਮ। ਹਾਂਜੀ, ਟਾਈਮਿੰਗਸ ਤੁਸੀਂ ਦੱਸੋ? ਟਾਈਮਿੰਗ ਸਰ ਮੰਡੇ ਟੂ ਫਰਾਈਡੇ 10 AM to 6 PM ਸੀ ਉੱਥੇ ਹੁੰਦੇ। ਸਾਡੇ ਜਿਹੜੇ ਟਰੱਕ ਵਾਲੇ ਭਰਾ ਹੁੰਦੇ ਜਾਂ ਜਿਹੜੇ ਇਹਨਾਂ ਨੂੰ ਸੋਚਦੇ ਵੀ ਸ਼ਨੀ ਐਤਵਾਰ ਸਾਡੇ ਕੋਲ ਟਾਈਮ ਨਹੀਂ, ਸੈਟਰਡੇ ਬਾਈ ਅਪਾਇੰਟਮੈਂਟ, ਜੇ ਕੋਈ ਪਹਿਲਾਂ ਅਪਾਇੰਟਮੈਂਟ ਬਣਾ ਲੈਂਦਾ, ਕਿਉਂਕਿ ਅਸੀਂ ਸਾਡੇ EMPLOYEE ਰੋਟੇਸ਼ਨ 'ਚ ਕੰਮ ਕਰਦੇ ਸੈਟਰਡੇ ਤੇ, ਪਰ ਜੇ ਕੋਈ ਅਪਾਇੰਟਮੈਂਟ ਹੈ ਤਾਂ ਜ਼ਰੂਰ ਮਿਲੇਗਾ, ਅਦਰਵਾਈਜ਼ ਜੇ ਅਪਾਇੰਟਮੈਂਟ ਨਹੀਂ ਹੈਗੀ ਫਿਰ ਥੋੜਾ ਦਿੱਕਤ ਆ ਜਾਏਗੀ। ਬੜੀ ਮਿਹਰਬਾਨੀ ਸੂਦ ਸਾਹਿਬ, ਤੁਸੀਂ ਇਨਫੋਰਮੇਸ਼ਨ ਬੜੀ ਡਿਟੇਲ ਨਾਲ ਤੇ ਮੇਰੇ ਤਿੱਖੇ ਸਵਾਲਾਂ ਦਾ ਜਵਾਬ ਦੇ ਦਿੱਤਾ। ਥੈਂਕ ਯੂ ਵੈਰੀ ਮਚ। ਸਵਾਲ ਹੀ ਕਰਦੇ ਜਿਹੜੇ